ਸਤਿ ਸ਼੍ਰੀ ਅਕਾਲ। ਖਬਰਾਂ ਦੇ ਇਸ ਬੁਲੇਟਿਨ ਵਿੱਚ ਤੁਹਾਡਾ ਸਵਾਗਤ ਹੈ। ਮੈਂ ਹਾਂ ਰਚਨਾ ਸੇਵਕ। ਤੁਸੀਂ ਵੇਖ ਰਹੇ ਹੋ ਟੀਵੀ ਪੰਜਾਬ। ਨਜ਼ਰ ਪਾਉਂਦੇ ਹਾਂ ਹੁਣ ਤੱਕ ਦੀਆਂ ਖਬਰਾਂ ਤੇ। ਅਮਰੀਕਾ ਨੇ ਵਿਦਿਆਰਥੀਆਂ ਲਈ ਨਵੀਂ ਵੀਜ਼ਾ ਪਾਲਿਸੀ ਤਿਆਰ ਕੀਤੀ ਹੈ। ਅਮਰੀਕੀ ਨਾਗਰਿਕਤਾ ਅਤੇ ਇਮੀਗ੍ਰੇਸ਼ਨ ਸੇਵਾ ਯਾਨੀ USCIS ਨੇ F1 ਵੀਜ਼ਾ ਤੇ ਅਮਰੀਕਾ 'ਚ ਕੌਮਾਂਤਰੀ ਵਿਦਿਆਰਥੀਆਂ ਨੂੰ ਧਿਆਨ 'ਚ ਰੱਖਦੇ ਹੋਏ ਮਹੱਤਵਪੂਰਨ ਬਦਲਾਅ ਕੀਤੇ ਨੇ। ਇਸ ਨਾਲ ਵਿਦਿਆਰਥੀ ਪਹਿਲੀ ਵਾਰ F1 ਵੀਜ਼ਾ ਲਈ ਸਿੱਧਾ ਰੋਜ਼ਗਾਰ ਆਧਾਰਿਤ ਸ਼੍ਰੇਣੀ 'ਚ ਅਪਲਾਈ ਕਰ ਸਕਦੇ ਨੇ। ਬਿਆਨ 'ਚ ਕਿਹਾ ਗਿਆ ਹੈ ਕਿ F1 ਵੀਜ਼ਾ ਵਿਦਿਆਰਥੀ ਪਰਮਾਨੈਂਟ ਲੇਬਰ ਸਰਟੀਫਿਕੇਸ਼ਨ ਐਪਲੀਕੇਸ਼ਨ ਜਾਂ ਪ੍ਰਵਾਸੀ ਵੀਜ਼ਾ ਪਟੀਸ਼ਨ ਦੇ ਲਾਭ ਪਾਤਰੀ ਹੋ ਸਕਦੇ ਨੇ। ਅਜਿਹੇ 'ਚ ਅਸਥਾਈ ਮਿਆਦ ਦੇ ਪ੍ਰਵਾਸ ਤੋਂ ਬਾਅਦ ਵੀ ਉਹ ਆਪਣੀ ਇੱਛਾ ਅਨੁਸਾਰ ਅਮਰੀਕਾ 'ਚ ਰਹਿ ਸਕਦੇ ਨੇ। ਇਮੀਗ੍ਰੇਸ਼ਨ ਸੇਵਾ ਨੇ F ਅਤੇ M ਵੀਜ਼ਾ ਧਾਰਕਾਂ ਲਈ ਪਾਲਿਸੀ ਗਾਈਡੈਂਸ ਜਾਰੀ ਕੀਤਾ ਹੈ। ਵੀਜ਼ਾ ਪਾਲਿਸੀ 'ਚ ਹੋਏ ਬਦਲਾਅ ਤੋਂ ਬਾਅਦ ਅਮਰੀਕਾ 'ਚ STEM ਡਿਗਰੀ ਯਾਨੀ ਵਿਗਿਆਨ, ਤਕਨੀਕ, ਇੰਜੀਨੀਅਰਿੰਗ ਅਤੇ ਗਣਿਤ ਡਿਗਰੀ ਪੂਰੀ ਕਰਨ ਵਾਲੇ ਵਿਦਿਆਰਥੀਆਂ ਲਈ ਮੌਕਿਆਂ 'ਚ ਵਾਧਾ ਹੋਇਆ ਹੈ। ਅਜਿਹੇ 'ਚ ਗ੍ਰੈਜੂਏਟ ਵਿਦਿਆਰਥੀ ਹੁਣ ਸ਼ੁਰੂਆਤੀ ਪੜਾਅ ਦੇ ਸਟਾਰਟਅਪ 'ਚ ਕੰਮ ਕਰਨ ਲਈ ਆਪਣੇ 36 ਮਹੀਨਿਆਂ ਦੇ ਆਪਸ਼ਨਲ ਪ੍ਰੈਕਟੀਕਲ ਟ੍ਰੇਨਿੰਗ ਦੀ ਵਰਤੋਂ ਕਰ ਸਕਦੇ ਨੇ। ਸਟਾਰਟਅਪ ਨੂੰ ਟ੍ਰੇਨਿੰਗ ਯੋਜਨਾ ਦੀਆਂ ਲੋੜਾਂ ਦੀ ਪਾਲਣਾ ਕਰਨੀ ਪਵੇਗੀ। ਸਰਟੀਫਿਕੇਸ਼ਨ ਦੇ ਨਾਲ ਚੰਗੀ ਹਾਲਤ 'ਚ ਰਹਿਣਾ ਹੋਵੇਗਾ ਅਤੇ ਹੋਰ ਲੋੜਾਂ ਨਾਲ ਅਮਰੀਕੀ ਕਿਰਤੀਆਂ ਦੇ ਬਰਾਬਰ ਰਕਮ ਅਦਾ ਕਰਨੀ ਪਵੇਗੀ। F1 ਵੀਜ਼ਾ ਅਮਰੀਕਾ ਦੇ ਸਿੱਖਿਆ ਪ੍ਰੋਗਰਾਮਾਂ 'ਚ ਦਾਖਲਾ ਲੈਣ ਵਾਲੇ ਕੌਮਾਂਤਰੀ ਵਿਦਿਆਰਥੀਆਂ ਵੱਲੋਂ ਸਭ ਤੋਂ ਵੱਧ ਵਰਤਿਆ ਜਾਣ ਵਾਲਾ ਵੀਜ਼ਾ ਹੈ। ਇਹ ਵਿਸ਼ੇਸ਼ ਤੌਰ ਤੇ ਉਹਨਾਂ ਵਿਦਿਆਰਥੀਆਂ ਲਈ ਹੈ ਜੋ ਸੰਪੂਰਨ ਸਿੱਖਿਆ ਸਿਲੇਬਸ 'ਚ ਦਾਖਲਾ ਲੈਂਦੇ ਨੇ। ਪਹਿਲਾਂ ਇਹ ਵੀਜ਼ਾ ਪ੍ਰੋਗਰਾਮ ਦੀ ਸ਼ੁਰੂਆਤ ਤੋਂ 30 ਦਿਨ ਪਹਿਲਾਂ ਅਮਰੀਕਾ ਪਹੁੰਚਣ ਅਤੇ ਪੜ੍ਹਾਈ ਪੂਰੀ ਕਰਨ ਤੋਂ ਬਾਅਦ 60 ਦਿਨਾਂ ਤੱਕ ਰਹਿਣ ਦੀ ਇਜਾਜ਼ਤ ਦਿੰਦਾ ਸੀ, ਪਰ ਹੁਣ ਇਸ 'ਚ ਬਦਲਾਅ ਹੋਇਆ ਹੈ। ਇਹ ਵੀਜ਼ਾ ਉਹਨਾਂ ਵਿਦਿਆਰਥੀਆਂ ਲਈ ਬਣਾਇਆ ਗਿਆ ਹੈ ਜੋ ਅਮਰੀਕਾ 'ਚ ਕਮਰਸ਼ੀਅਲ ਅਤੇ ਗੈਰ ਸਿੱਖਿਅਕ ਸਿਲੇਬਸਾਂ 'ਚ ਦਾਖਲਾ ਲੈਂਦੇ ਨੇ। M1 ਵੀਜ਼ਾ ਧਾਰਕਾਂ ਕੋਲ ਰੋਜ਼ਗਾਰ ਦੇ ਬਦਲ ਸੀਮਿਤ ਹੁੰਦੇ ਨੇ। ਅਮਰੀਕੀ ਵਿਦੇਸ਼ ਮੰਤਰੀ ਐਂਟਨੀ ਬਲਿੰਕਨ ਨੇ ਕਿਹਾ ਹੈ ਕਿ 2023 'ਚ ਕੁਆਡ ਰਾਹੀਂ ਭਾਰਤ ਅਤੇ ਅਮਰੀਕਾ ਵਿਚਕਾਰ ਭਾਈਵਾਲੀ ਹੋਰ ਮਜ਼ਬੂਤ ਹੋਈ ਹੈ। ਬਲਿੰਕਨ ਨੇ ਇਹ ਪ੍ਰਤੀਕਰਮ ਸਾਲ ਦੇ ਅਖੀਰ 'ਚ ਹੋਣ ਵਾਲੀ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਦਿੱਤਾ ਹੈ। ਬਲਿੰਕਨ ਨੇ ਕਿਹਾ ਹੈ ਕਿ ਅਮਰੀਕਾ ਦੀਆਂ ਹਿੰਦ ਪ੍ਰਸ਼ਾਂਤ ਖਿੱਤੇ 'ਚ ਪਹਿਲਾਂ ਕਦੇ ਵੀ ਭਾਈਵਾਲੀਆਂ ਇੰਨੀਆਂ ਮਜ਼ਬੂਤ ਨਹੀਂ ਸਨ ਅਤੇ ਮੁਲਕ ਚੀਨ ਨਾਲ ਰਲ ਕੇ ਕੰਮ ਕਰਨਾ ਜਾਰੀ ਰੱਖੇਗਾ। ਉਹਨਾਂ ਕਿਹਾ ਕਿ ਬਾਈਡਨ ਨੇ ਕੈਂਪ ਡੇਵਿਡ 'ਚ ਇਤਿਹਾਸਿਕ ਸਿਖਰ ਸੰਮੇਲਨ ਕਰਕੇ ਜਾਪਾਨ ਅਤੇ ਦੱਖਣੀ ਕੋਰੀਆ ਨਾਲ ਸਬੰਧ ਹੋਰ ਮਜ਼ਬੂਤ ਕੀਤੇ ਨੇ। ਪਾਬੰਦੀਸ਼ੁਦਾ ਸੰਗਠਨ ਸਿੱਖ ਫॉर ਜਸਟਿਸ ਦੇ ਮੁਖੀ ਗੁਰਪਤਵੰਤ ਸਿੰਘ ਪੰਨੂ ਦੇ ਕਤਲ ਦੀ ਸਾਜ਼ਿਸ਼ ਦੇ ਆਰੋਪੀ ਨਿਖਿਲ ਗੁਪਤਾ ਨੂੰ 3 ਵਾਰ ਕੌਂਸਲਰ ਪਹੁੰਚ ਦਿੱਤੀ ਗਈ ਸੀ। ਭਾਰਤੀ ਵਿਦੇਸ਼ ਮੰਤਰਾਲੇ ਨੇ ਇਹ ਜਾਣਕਾਰੀ ਦਿੱਤੀ ਹੈ। ਨਿਖਿਲ ਗੁਪਤਾ ਇਸ ਸਮੇਂ ਚੈੱਕ ਗਣਰਾਜ ਦੀ ਜੇਲ੍ਹ ਵਿੱਚ ਬੰਦ ਨੇ। ਉਸ ਨੂੰ ਪਰਾਗ ਦੇ ਹਵਾਈ ਅੱਡੇ ਤੋਂ ਗ੍ਰਿਫਤਾਰ ਕੀਤਾ ਗਿਆ ਸੀ। ਦਰਅਸਲ ਜਦੋਂ ਇੱਕ ਦੇਸ਼ ਦਾ ਵਿਅਕਤੀ ਦੂਜੇ ਦੇਸ਼ ਵਿੱਚ ਕੈਦ ਹੁੰਦਾ ਹੈ ਤਾਂ ਕੌਂਸਲਰ ਪਹੁੰਚ ਦੇ ਤਹਿਤ ਜੇਲ੍ਹ ਵਿੱਚ ਬੰਦ ਵਿਅਕਤੀ ਦੇ ਦੇਸ਼ ਦੇ ਡਿਪਲੋਮੈਟ ਜਾਂ ਅਧਿਕਾਰੀ ਨੂੰ ਉਸ ਕੈਦੀ ਨੂੰ ਮਿਲਣ ਦੀ ਇਜਾਜ਼ਤ ਦਿੱਤੀ ਜਾਂਦੀ ਹੈ। ਵਿਦੇਸ਼ ਮੰਤਰਾਲੇ ਦੇ ਬੁਲਾਰੇ ਅਰਿੰਦਮ ਬਾਗਚੀ ਨੇ ਕਿਹਾ ਕਿ ਇੱਕ ਭਾਰਤੀ ਨਾਗਰਿਕ ਇਸ ਸਮੇਂ ਚੈੱਕ ਅਧਿਕਾਰੀਆਂ ਦੀ ਹਿਰਾਸਤ ਵਿੱਚ ਹੈ ਅਤੇ ਉਸ ਦੀ ਅਮਰੀਕਾ ਹਵਾਲਗੀ ਦੀ ਪ੍ਰਕਿਰਿਆ ਲੰਬਿਤ ਹੈ। ਸਾਨੂੰ 3 ਮੌਕਿਆਂ ਤੇ ਕੌਂਸਲਰ ਪਹੁੰਚ ਮਿਲੀ ਹੈ। ਅਸੀਂ ਲੋੜ ਅਨੁਸਾਰ ਉਸ ਵਿਅਕਤੀ ਨੂੰ ਕੌਂਸਲਰ ਸਹਾਇਤਾ ਵੀ ਪ੍ਰਦਾਨ ਕਰ ਰਹੇ ਹਾਂ। ਉਹਨਾਂ ਕਿਹਾ ਕਿ ਇਸ ਵਿਅਕਤੀ ਦੇ ਪਰਿਵਾਰ ਨੇ ਭਾਰਤੀ ਸੁਪਰੀਮ ਕੋਰਟ ਵਿੱਚ ਮਦਦ ਲਈ ਪਟੀਸ਼ਨ ਦਾਇਰ ਕੀਤੀ ਹੈ। ਫਿਲਹਾਲ ਅਸੀਂ ਇਸ ਮਾਮਲੇ ਤੇ ਕੁਝ ਨਹੀਂ ਕਹਾਂਗੇ। ਅਸੀਂ ਸੁਪਰੀਮ ਕੋਰਟ ਦੀ ਟਿੱਪਣੀ ਦਾ ਇੰਤਜ਼ਾਰ ਕਰਾਂਗੇ। ਪਿਛਲੇ ਹਫ਼ਤੇ ਪੰਨੂ ਦੀ ਹੱਤਿਆ ਦੀ ਸਾਜ਼ਿਸ਼ ਦੇ ਆਰੋਪੀ ਨਿਖਿਲ ਗੁਪਤਾ ਦੇ ਪਰਿਵਾਰ ਨੇ ਭਾਰਤੀ ਸੁਪਰੀਮ ਕੋਰਟ 'ਚ ਪਟੀਸ਼ਨ ਦਾਇਰ ਕੀਤੀ ਸੀ। ਗੁਪਤਾ ਦੇ ਪਰਿਵਾਰ ਦਾ ਕਹਿਣਾ ਸੀ ਕਿ ਨਿਖਿਲ ਨੂੰ ਚੈੱਕ ਗਣਰਾਜ ਦੀ ਜੇਲ੍ਹ ਵਿੱਚ ਗੈਰ ਕਾਨੂੰਨੀ ਢੰਗ ਨਾਲ ਕੈਦ ਕੀਤਾ ਗਿਆ ਹੈ। ਜੇਲ੍ਹ ਵਿੱਚ ਉਸ ਨੂੰ ਜ਼ਬਰਦਸਤੀ ਸੂਰ ਅਤੇ ਗਊ ਦਾ ਮਾंस ਖਾਣ ਲਈ ਦਿੱਤਾ ਗਿਆ ਹੈ, ਜੋ ਕਿ ਹਿੰਦੂ ਰੀਤੀ ਰਿਵਾਜ਼ਾਂ ਦੇ ਵਿਰੁੱਧ ਹੈ। ਦੱਸ ਦਈਏ ਕਿ ਅਮਰੀਕੀ ਸਰਕਾਰ ਨੇ ਦੋਸ਼ ਲਾਇਆ ਸੀ ਕਿ ਨਿਊਯਾਰਕ 'ਚ ਪੰਨੂ ਤੇ ਜਾਨਲੇਵਾ ਹਮਲਾ ਕਰਨ ਦੀ ਸਾਜ਼ਿਸ਼ ਰਚੀ ਗਈ ਸੀ। ਇਸ ਸਾਜ਼ਿਸ਼ ਵਿੱਚ ਭਾਰਤ ਦਾ ਹੱਥ ਸੀ। ਇਸ ਸਾਜ਼ਿਸ਼ ਨੂੰ ਨਾਕਾਮ ਕਰ ਦਿੱਤਾ ਗਿਆ। ਹਾਲਾਂਕਿ ਇਹ ਨਹੀਂ ਦੱਸਿਆ ਗਿਆ ਕਿ ਹਮਲਾ ਕਿਸ ਦਿਨ ਹੋਣ ਵਾਲਾ ਸੀ। ਅਮਰੀਕਾ ਤੋਂ ਇੱਕ ਦੁਖਦਾਈ ਖਬਰ ਸਾਹਮਣੇ ਆਈ ਹੈ। ਇੱਥੇ ਵਾਪਰੇ ਸੜਕ ਹਾਦਸੇ ਵਿੱਚ ਭਾਰਤੀ ਮੂਲ ਦੇ ਡਰਾਈਵਰ ਦੀ ਮੌਤ ਹੋ ਜਾਣ ਦੀ ਜਾਣਕਾਰੀ ਹੈ। ਬੀਤੇ ਦਿਨ 4:30 ਵਜੇ ਦੇ ਕਰੀਬ ਇੱਕ ਕਾਰ ਜੋ ਰੂਟ I-690 ਤੇ ਪੂਰਬ ਵੱਲ ਨੂੰ ਜਾ ਰਹੀ ਸੀ, ਇਸ ਰੂਟ ਤੇ ਕਈ ਫੁੱਟ ਪਾਣੀ ਹੋਣ ਕਾਰਨ ਕਾਰ ਬੇਕਾਬੂ ਹੋ ਗਈ ਅਤੇ ਪਲਟ ਗਈ। ਕਾਰ ਪਲਟਣ ਮਗਰੋਂ ਇੱਕ ਖੱਡ ਵਿੱਚ ਜਾ ਡਿੱਗੀ। ਕਾਰ ਵਿੱਚ ਸਵਾਰ ਡਰਾਈਵਰ ਇੱਕ ਭਾਰਤੀ ਸੀ ਜਿਸ ਦੀ ਪਛਾਣ 44 ਸਾਲਾ ਉਦੇ ਭਾਨੂ ਅੰਜਨ ਪੱਲੀ ਵਜੋਂ ਹੋਈ ਹੈ। ਇਹ ਸੜਕ ਹਾਦਸਾ ਕੋਹੋਜ਼, ਨਿਊਯਾਰਕ, ਮਿਡਲਰ ਅਤੇ ਥੌਮਸਨ ਰੋਡ ਨਿਕਾਸ ਵਿਚਕਾਰ ਵਾਪਰਿਆ ਹੈ। ਉਸ ਨੂੰ ਗੰਭੀਰ ਹਾਲਤ ਵਿੱਚ ਅਪਸਟੇਟ ਨਿਊਯਾਰਕ ਦੇ ਹਸਪਤਾਲ ਲਿਜਾਇਆ ਗਿਆ। ਸਾਇਰਾਕਿਊਜ਼ ਦੀ ਪੁਲਿਸ ਅਨੁਸਾਰ ਬਾਅਦ ਵਿੱਚ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਸਾਲ 2024 ਦੀ ਅਮਰੀਕੀ ਰਾਸ਼ਟਰਪਤੀ ਚੋਣ ਲਈ ਡੋਨਾਲਡ ਟਰੰਪ ਨੂੰ ਅਯੋਗ ਠਹਿਰਾਉਣ ਲਈ
ਕਈ ਅਮਰੀਕੀ ਰਾਜਾਂ ਵਿੱਚ ਲੰਬੇ ਸਮੇਂ ਤੋਂ ਚੱਲੀ ਆ ਰਹੀ ਕਾਨੂੰਨੀ ਕੋਸ਼ਿਸ਼ ਨੇ ਕੋਲੋਰਾਡੋ ਵਿੱਚ ਹੈਰਾਨੀਜਨਕ ਜਿੱਤ ਦਰਜ ਕਰ ਲਈ ਹੈ। ਇਸ ਪ੍ਰਕਿਰਿਆ ਵਿੱਚ ਅਮਰੀਕੀ ਸੰਵਿਧਾਨ ਦੇ ਬਹੁਤ ਹੀ ਘੱਟ ਵਰਤੇ ਜਾਣ ਵਾਲੇ ਉਪਬੰਧ 24ਵੀਂ ਸੋਧ ਦੀ ਧਾਰਾ 3 ਦੀ ਵਰਤੋਂ ਕਰਕੇ ਟਰੰਪ ਨੂੰ ਮੁੱਢਲੇ ਮਤਦਾਨ ਤੋਂ ਰੋਕਣ ਦੀ ਕੋਸ਼ਿਸ਼ ਕਰਨਾ ਸ਼ਾਮਲ ਹੈ, ਜੋ ਦੇਸ਼ ਦੇ ਖਿਲਾਫ ਵਿਦਰੋਹ ਜਾਂ ਬਗਾਵਤ ਵਿੱਚ ਸ਼ਾਮਲ ਲੋਕਾਂ ਨੂੰ ਸੰਘੀ ਅਹੁਦੇ ਤੇ ਬਣੇ ਰਹਿਣ ਤੋਂ ਰੋਕਦਾ ਹੈ। ਸ਼ੁਰੂਆਤ ਵਿੱਚ ਉਦਾਰਵਾਦੀ ਕਾਰਕੁਨਾਂ ਦੁਆਰਾ ਸਮਰਥਨ ਪ੍ਰਾਪਤ ਇਸ ਥਿਊਰੀ ਨੂੰ ਹਾਲ ਹੀ ਦੇ ਮਹੀਨਿਆਂ ਵਿੱਚ ਜ਼ਿਆਦਾ ਪ੍ਰਮੁੱਖਤਾ ਮਿਲੀ, ਕਿਉਂਕਿ ਕੁਝ ਰੂੜੀਵਾਦੀਆਂ ਨੇ ਵੀ ਇਸ ਨੂੰ ਅਪਣਾ ਲਿਆ ਹੈ। ਕੋਲੋਰਾਡੋ ਸੁਪਰੀਮ ਕੋਰਟ ਨੇ ਇਸ ਥਿਊਰੀ ਦਾ ਪੱਖ ਲੈਣ ਵਿੱਚ ਪਹਿਲ ਕੀਤੀ, ਜਿਸ ਨਾਲ ਕ੍ਰਿਸਮਸ ਤੋਂ ਇੱਕ ਹਫ਼ਤੇ ਪਹਿਲਾਂ ਪ੍ਰਕਾਸ਼ਿਤ ਇੱਕ ਫੈਸਲੇ ਵਿੱਚ ਟਰੰਪ ਨੂੰ ਦੇਸ਼ ਦੇ 2024 ਦੇ ਰਾਸ਼ਟਰਪਤੀ ਪਦ ਦੀ ਚੋਣ ਤੋਂ ਹਟਾ ਦਿੱਤਾ ਗਿਆ ਸੀ। ਇਹ ਪਹਿਲੀ ਵਾਰ ਹੈ ਕਿ 14ਵੀਂ ਸੋਧ ਦੀ ਧਾਰਾ 3 ਦੀ ਵਰਤੋਂ ਰਾਸ਼ਟਰਪਤੀ ਅਹੁਦੇ ਦੇ ਉਮੀਦਵਾਰ ਨੂੰ ਅਯੋਗ ਠਹਿਰਾਉਣ ਲਈ ਕੀਤੀ ਗਈ ਹੈ। ਅਪੀਲ ਲੰਬਿਤ ਰਹਿਣ ਤੱਕ ਇਹ ਫੈਸਲਾ ਜਨਵਰੀ ਤੱਕ ਰੁਕਿਆ ਹੋਇਆ ਹੈ ਅਤੇ ਕੋਲੋਰਾਡੋ ਤੋਂ ਬਾਹਰਲੇ ਰਾਜਾਂ ਤੇ ਲਾਗੂ ਨਹੀਂ ਹੁੰਦਾ। ਦੂਜੇ ਰਾਜਾਂ ਵਿੱਚ ਟਰੰਪ ਨੂੰ ਚੋਣ ਤੋਂ ਬਾਹਰ ਕਰਨ ਦੀਆਂ ਕਈ ਕੋਸ਼ਿਸ਼ਾਂ ਹੁਣ ਤੱਕ ਅਸਫਲ ਰਹੀਆਂ ਨੇ। ਆਲੋਚਕਾਂ ਨੇ ਚੇਤਾਵਨੀ ਦਿੱਤੀ ਹੈ ਕਿ ਜੇਕਰ ਅਜਿਹੇ ਮਾਮਲੇ ਅੱਗੇ ਵੱਧਦੇ ਨੇ ਤਾਂ ਇਸ ਨਾਲ ਸਾਬਕਾ ਰਾਸ਼ਟਰਪਤੀ ਨੂੰ ਵਾਈਟ ਹਾਊਸ ਵਿੱਚ ਵਾਪਸ ਜਾਣਾ ਚਾਹੀਦਾ ਹੈ ਜਾਂ ਨਹੀਂ, ਇਸ ਤੇ ਆਪਣਾ ਫੈਸਲਾ ਦੇਣ ਦਾ ਵੋਟਰਾਂ ਦਾ ਅਧਿਕਾਰ ਖੋਣ ਦਾ ਖਤਰਾ ਹੈ। 3 ਹੋਰ ਰਾਜਾਂ ਵਿੱਚ ਅਜਿਹੀਆਂ ਚੁਣੌਤੀਆਂ ਪਹਿਲਾਂ ਹੀ ਰੁਕੀਆਂ ਹੋਈਆਂ ਨੇ। ਨਿਊ ਹੈਂਪਸ਼ਾਇਰ ਵਿੱਚ ਇੱਕ ਮੁਕੱਦਮਾ ਖਾਰਿਜ ਕਰ ਦਿੱਤਾ ਗਿਆ। ਮਿਸ਼ੀਗਨ ਵਿੱਚ ਇੱਕ ਜੱਜ ਨੇ ਫੈਸਲਾ ਸੁਣਾਇਆ ਕਿ ਇਹ ਇੱਕ ਗੈਰ ਇਨਸਾਫੀ ਰਾਜਨੀਤਿਕ ਮੁੱਦਾ ਹੈ, ਜਿਸ ਦਾ ਫੈਸਲਾ ਕਾਂਗਰਸ ਵੱਲੋਂ ਕੀਤਾ ਜਾਣਾ ਚਾਹੀਦਾ ਹੈ, ਨਾ ਕਿ ਰਾਜ ਵੱਲੋਂ। ਇਸ ਦੇ ਨਾਲ ਹੀ ਮਿਨੇਸੋਟਾ ਦੀ ਇੱਕ ਅਦਾਲਤ ਨੇ ਮੁੱਢਲੀ ਚੋਣ ਤੋਂ ਪਹਿਲਾਂ ਦੀ ਕੋਸ਼ਿਸ਼ ਨੂੰ ਖਾਰਿਜ ਕਰ ਦਿੱਤਾ, ਪਰ ਪਟੀਸ਼ਨਰਾਂ ਲਈ ਆਮ ਚੋਣ ਬੈਲਟ ਤੇ ਇੱਕ ਹੋਰ ਚੁਣੌਤੀ ਦਾਇਰ ਕਰਨ ਲਈ ਦਰਵਾਜ਼ਾ ਖੁੱਲ੍ਹਾ ਛੱਡ ਦਿੱਤਾ ਹੈ। ਪਹਿਲਾਂ ਨਾ ਪਰਖਿਆ ਗਿਆ ਇਹ ਕਾਨੂੰਨੀ ਦਾਅ ਸਾਬਕਾ ਰਾਸ਼ਟਰਪਤੀ ਦੀ ਉਮੀਦਵਾਰੀ ਨੂੰ ਰੋਕਣ ਦਾ ਆਖਰੀ ਯਤਨ ਹੈ, ਜੋ ਆਪਣੇ ਆਧਾਰ ਨਾਲ ਹਰਮਨ ਪਿਆਰਾ ਬਣਿਆ ਹੋਇਆ ਹੈ। ਇਸ ਦਾ ਅੰਤਿਮ ਆਰਬਿਟਰ ਸੰਭਾਵੀ ਤੌਰ ਤੇ ਕੰਜ਼ਰਵੇਟਿਵ ਸੁਪਰੀਮ ਕੋਰਟ ਹੋਵੇਗਾ, ਜਿਸ ਨੂੰ ਟਰੰਪ ਨੇ ਸ਼ੇਪ ਦੇਣ ਵਿੱਚ ਸਹਾਇਤਾ ਕੀਤੀ ਸੀ। ਕੋਲੋਰਾਡੋ ਕੇਸ ਵਿੱਚ ਅਜਿਹਾ ਜਾਪਦਾ ਹੈ ਕਿ ਉਸ ਦੀ ਮੁਹਿੰਮ ਦਾ ਉਦੇਸ਼ ਉਹਨਾਂ ਦੀਆਂ ਦਲੀਲਾਂ ਨੂੰ ਦੇਸ਼ ਦੇ ਅੰਤਿਮ ਕਾਨੂੰਨੀ ਸਾਲਸ ਦੇ ਸਾਹਮਣੇ ਲਿਆਉਣਾ ਹੈ। ਅਮਰੀਕਾ ਦੇ ਜਾਰਜੀਆ ਰਾਜ ਵਿੱਚ ਇੱਕ 56 ਸਾਲਾ ਭਾਰਤੀ ਮੂਲ ਦੇ ਟੈਕਸ ਰਿਟਰਨ ਤਿਆਰ ਕਰਨ ਵਾਲੇ ਨੂੰ ਟੈਕਸ ਚੋਰੀ ਦਾ ਦੋਸ਼ੀ ਮੰਨਣ ਤੋਂ ਬਾਅਦ 2 ਸਾਲ ਦੀ ਕੈਦ ਦੀ ਸਜ਼ਾ ਸੁਣਾਈ ਗਈ ਹੈ। ਸਟੇਟ ਸਬੋਰੋ ਦੇ ਸਮੀਰ ਪਟੇਲ ਨੂੰ ਸੰਯੁਕਤ ਰਾਜ ਅਮਰੀਕਾ ਨੂੰ ਮੁਆਵਜ਼ੇ ਵਜੋਂ ਲਗਭਗ $5,50,000 ਦਾ ਭੁਗਤਾਨ ਕਰਨ, $95,000 ਦਾ ਜੁਰਮਾਨਾ ਅਤੇ ਉਸ ਦੀ ਕੈਦ ਦੀ ਮਿਆਦ ਪੂਰੀ ਹੋਣ ਤੇ 3 ਸਾਲਾਂ ਦੀ ਨਿਗਰਾਨੀ ਹੇਠ ਰਿਹਾਈ ਦੀ ਸੇਵਾ ਕਰਨ ਦਾ ਹੁਕਮ ਦਿੱਤਾ ਗਿਆ ਹੈ। ਜਾਰਜੀਆ ਦੇ ਦੱਖਣੀ ਜ਼ਿਲ੍ਹੇ ਲਈ ਅਮਰੀਕੀ ਅਟਾਰਨੀ ਜਿਲ ਈ ਸਟੇਨਬਰਗ ਨੇ ਕਿਹਾ, ਸਾਡੇ ਦੇਸ਼ ਦਾ ਬਹੁਤਾ ਸੰਚਾਲਨ ਮਾਲੀਆ ਆਮਦਨ ਕਰ ਪ੍ਰਣਾਲੀ ਵਿੱਚ ਨਾਗਰਿਕਾਂ ਦੀ ਕਾਨੂੰਨੀ ਭਾਗੀਦਾਰੀ ਤੇ ਨਿਰਭਰ ਕਰਦਾ ਹੈ ਅਤੇ ਜੋ ਲੋਕ ਆਪਣੀਆਂ ਜ਼ਿੰਮੇਵਾਰੀਆਂ ਤੋਂ ਬਚਦੇ ਨੇ ਉਹ ਹਰ ਕਿਸੇ ਤੇ ਵਧੇਰੇ ਬੋਝ ਪਾਉਂਦੇ ਨੇ। ਇਹ ਵਾਕ ਸਿਸਟਮ ਨੂੰ ਧੋਖਾ ਦੇਣ ਦੀ ਕੋਸ਼ਿਸ਼ ਦੇ ਮਹੱਤਵਪੂਰਨ ਨਤੀਜਿਆਂ ਨੂੰ ਦਰਸਾਉਂਦਾ ਹੈ। ਅਦਾਲਤੀ ਦਸਤਾਵੇਜ਼ਾਂ ਅਤੇ ਗਵਾਹੀਆਂ ਦੇ ਅਨੁਸਾਰ ਪਟੇਲ ਇੱਕ ਰਾਸ਼ਟਰੀ ਟੈਕਸ ਰਿਟਰਨ ਤਿਆਰ ਕਰਨ ਵਾਲੇ ਨੇ। 2015 ਵਿੱਚ ਕਲੌਕਸਟਨ ਵਿੱਚ ਕਾਰੋਬਾਰ ਦੀ ਇੱਕ ਫਰੈਂਚਾਈਜ਼ੀ ਖਰੀਦੀ ਸੀ। ਮਾਲਕ ਹੋਣ ਦੇ ਨਾਤੇ ਉਸਨੇ ਟੈਕਸ ਤਿਆਰ ਕਰਨ ਵਾਲਿਆਂ ਨੂੰ ਨੌਕਰੀ ਤੇ ਰੱਖਿਆ, ਸਿਖਲਾਈ ਦਿੱਤੀ ਅਤੇ ਨਿਗਰਾਨੀ ਕੀਤੀ ਅਤੇ ਗਾਹਕਾਂ ਲਈ ਰਿਟਰਨ ਤਿਆਰ ਕਰਨਾ ਜਾਰੀ ਰੱਖਿਆ। ਪਟੇਲ ਨੇ ਹਾਲਾਂਕਿ ਜਾਣਬੁੱਝ ਕੇ ਝੂਠੀ ਇਨਕਮ ਟੈਕਸ ਰਿਟਰਨ ਦਾਇਰ ਕੀਤੀ, ਜਿਸ ਵਿੱਚ $1.28 ਮਿਲੀਅਨ ਤੋਂ ਵੱਧ ਦੀ ਆਮਦਨ ਨੂੰ ਛੱਡ ਦਿੱਤਾ ਗਿਆ, ਜਿਸ ਵਿੱਚ S&W ਅਮਿਊਜ਼ਮੈਂਟਸ ਨਾਮ ਦੀ ਇੱਕ ਕੰਪਨੀ ਤੋਂ ਲਗਭਗ $1.18 ਮਿਲੀਅਨ ਵੀ ਸ਼ਾਮਲ ਨੇ ਅਤੇ ਸਾਲ 2015, 2016 ਅਤੇ 2017 ਲਈ ਆਪਣੇ ਨਿੱਜੀ ਟੈਕਸਾਂ ਦੇ ਸਹੀ ਮੁਲਾਂਕਣ ਤੋਂ ਬਚਿਆ। S&W ਅਮਿਊਜ਼ਮੈਂਟਸ ਨੇ ਸੁਵਿਧਾ ਸਟੋਰਾਂ ਅਤੇ ਗੈਸ ਸਟੇਸ਼ਨਾਂ ਵਿੱਚ ਸਿੱਕਾ ਸੰਚਾਲਿਤ ਮਨੋਰੰਜਨ ਮਸ਼ੀਨਾਂ ਰੱਖੀਆਂ। ਉਸ ਦੀ ਸਜ਼ਾ ਦੇ ਹਿੱਸੇ ਵਜੋਂ ਪਟੇਲ ਨੂੰ ਦੂਜਿਆਂ ਲਈ ਜਾਂ ਉਹਨਾਂ ਸੰਸਥਾਵਾਂ ਲਈ ਟੈਕਸ ਰਿਟਰਨ ਤਿਆਰ ਕਰਨ ਦੀ ਮਨਾਹੀ ਹੈ, ਜਿਸ ਵਿੱਚ ਉਸ ਦੀ ਨਿਗਰਾਨੀ ਅਧੀਨ ਰਿਹਾਈ ਦੀ ਮਿਆਦ ਦੌਰਾਨ ਕੋਈ ਦਿਲਚਸਪੀ ਨਹੀਂ ਹੈ। ਇਜ਼ਰਾਈਲ ਅਤੇ ਹਮਾਸ ਵਿਚਕਾਰ ਯੁੱਧ ਇੱਕ ਪਾਸੜ ਨਹੀਂ ਹੈ। ਕੁਝ ਸਮੇਂ ਦੀ ਚੁੱਪ ਤੋਂ ਬਾਅਦ ਹਮਾਸ ਨੇ ਇਜ਼ਰਾਈਲ ਤੇ ਫਿਰ ਤੋਂ ਵੱਡਾ ਹਮਲਾ ਕੀਤਾ ਹੈ। ਹਮਾਸ ਨੇ ਗਾਜ਼ਾ ਪੱਟੀ ਤੋਂ ਇਜ਼ਰਾਈਲ ਤੇ 30 ਰਾਕੇਟ ਦਾਗੇ। ਇਹਨਾਂ ਵਿੱਚੋਂ ਮਿਜ਼ਾਈਲ ਦਾ ਇੱਕ ਟੁਕੜਾ ਇੱਕ ਇਜ਼ਰਾਈਲੀ ਸਕੂਲ ਉੱਤੇ ਵੀ ਡਿੱਗਿਆ ਹੈ। ਨਿਰਾਸ਼ ਹਮਾਸ ਨੇ ਵੀ ਹਮਲੇ ਦਾ ਕਾਰਨ ਦੱਸਿਆ ਹੈ। ਇਸ ਜੰਗ ਵਿੱਚ ਹੁਣ ਤੱਕ ਕਰੀਬ 20,000 ਲੋਕ ਮਾਰੇ ਜਾ ਚੁੱਕੇ ਨੇ। ਜੰਗ ਵਿੱਚ ਹਮਾਸ ਹੁਣ ਤੱਕ ਇਜ਼ਰਾਈਲ ਤੇ 12,000 ਤੋਂ ਵੱਧ ਮਿਜ਼ਾਈਲਾਂ ਦਾਗ ਚੁੱਕਿਆ ਹੈ। ਹਮਾਸ ਦੇ ਇਸ ਹਮਲੇ ਕਾਰਨ ਜੰਗਬੰਦੀ ਦੀ ਥਾਂ ਇਹ ਜੰਗ ਹੋਰ ਭੜਕਣ ਦੀ ਸੰਭਾਵਨਾ ਹੈ। ਤਾਜ਼ਾ ਹਮਲੇ 'ਚ ਹਮਾਸ ਨੇ ਇਜ਼ਰਾਈਲ ਤੇ ਇੱਕ ਤੋਂ ਬਾਅਦ ਇੱਕ 30 ਰਾਕੇਟ ਦਾਗੇ। ਮੀਡੀਆ ਰਿਪੋਰਟਾਂ ਮੁਤਾਬਕ 7 ਅਕਤੂਬਰ ਤੋਂ ਬਾਅਦ ਮਿਜ਼ਾਈਲ ਨਾਲ ਕੀਤਾ ਗਿਆ ਇਹ ਸਭ ਤੋਂ ਵੱਡਾ ਰਾਕੇਟ ਹਮਲਾ ਹੈ। ਬਹੁਤ ਸਾਰੇ ਇਜ਼ਰਾਈਲੀ ਨਾਗਰਿਕ ਅਜੇ ਵੀ ਹਮਾਸ ਦੀ ਕੈਦ ਵਿੱਚ ਨੇ। ਹਮਾਸ ਦੇ ਹਮਲੇ 'ਚ ਕਈ ਲੋਕ ਜ਼ਖਮੀ ਹੋਏ ਨੇ।
ਹਮਾਸ ਦੇ ਰਾਕਟ ਦਾ ਇੱਕ ਟੁਕੜਾ ਤੇਲ ਅਵੀਵ ਦੇ ਇੱਕ ਸਕੂਲ ਉੱਤੇ ਵੀ ਡਿੱਗਿਆ। ਹਾਲਾਂਕਿ ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਸਕੂਲ ਦਾ ਕਹਿਣਾ ਹੈ ਕਿ ਉਹਨਾਂ ਨੇ ਬੱਚਿਆਂ ਨੂੰ ਪਹਿਲਾਂ ਹੀ ਸੁਰੱਖਿਅਤ ਥਾਵਾਂ ਤੇ ਲੁਕਾ ਦਿੱਤਾ ਸੀ। ਹਮਾਸ ਨੇ ਆਪਣਾ ਤਾਜ਼ਾ ਹਮਲਾ ਕਿਉਂ ਕੀਤਾ, ਇਸ ਦਾ ਪਹਿਲਾ ਕਾਰਨ ਦੱਸਦੇ ਹੋਏ ਹਮਾਸ ਨੇ ਕਿਹਾ ਕਿ ਇਹ ਯਰੂਸ਼ਲਮ ਦੀ ਅਲ ਅਕਸਾ ਮਸਜਿਦ ਦੀ ਇਜ਼ਰਾਈਲ ਦੀ ਬੇਅਦਬੀ ਦਾ ਬਦਲਾ ਹੈ, ਕਿਉਂਕਿ ਇਜ਼ਰਾਈਲੀ ਪੁਲਿਸ ਨੇ ਅਪ੍ਰੈਲ 2023 ਵਿੱਚ ਅਲ ਅਕਸਾ ਮਸਜਿਦ ਤੇ ਗ੍ਰਨੇਡ ਸੁੱਟ ਕੇ ਇਸ ਨੂੰ ਪਲੀਤ ਕਰ ਦਿੱਤਾ ਸੀ। ਦੂਜਾ, ਇਜ਼ਰਾਈਲੀ ਫੌਜ ਲਗਾਤਾਰ ਹਮਾਸ ਦੇ ਟਿਕਾਣਿਆਂ ਤੇ ਹਮਲੇ ਅਤੇ ਘੇਰਾਬੰਦੀ ਕਰ ਰਹੀ ਹੈ। ਤੇ ਤੀਜਾ, ਇਜ਼ਰਾਈਲੀ ਫੌਜ ਸਾਡੀਆਂ ਔਰਤਾਂ ਤੇ ਹਮਲਾ ਕਰ ਰਹੀ ਹੈ। ਹਮਾਸ ਦੇ ਬੁਲਾਰੇ ਗਾਜ਼ੀ ਹਮਦ ਨੇ ਅਰਬ ਦੇਸ਼ਾਂ ਨੂੰ ਅਪੀਲ ਕੀਤੀ ਹੈ ਕਿ ਉਹ ਇਜ਼ਰਾਈਲ ਨਾਲ ਆਪਣੇ ਸਾਰੇ ਰਿਸ਼ਤੇ ਤੋੜ ਲੈਣ। ਇਜ਼ਰਾਈਲੀ ਅਧਿਕਾਰੀਆਂ ਮੁਤਾਬਕ ਹਮਾਸ ਨੇ ਇਜ਼ਰਾਈਲ ਦੀ ਰਾਜਧਾਨੀ ਤੇਲ ਅਵੀਵ ਤੇ ਰਾਕਟ ਹਮਲੇ ਕੀਤੇ ਨੇ। ਇਜ਼ਰਾਈਲੀ ਫੌਜ ਦੇ ਬੁਲਾਰੇ ਦਾ ਕਹਿਣਾ ਹੈ ਕਿ 7 ਅਕਤੂਬਰ ਤੋਂ ਹੁਣ ਤੱਕ ਉਹ ਹਮਾਸ ਦੇ 8000 ਲੜਾਕਿਆਂ ਨੂੰ ਮਾਰ ਚੁੱਕੇ ਨੇ। ਇਸ ਦੇ ਨਾਲ ਹੀ ਹਮਾਸ ਦੇ ਅੱਤਵਾਦੀਆਂ ਦਾ ਦਾਅਵਾ ਹੈ ਕਿ ਹੁਣ ਤੱਕ ਇਜ਼ਰਾਈਲ 20,000 ਲੜਾਕਿਆਂ ਨੂੰ ਮਾਰ ਚੁੱਕਾ ਹੈ। ਸੰਯੁਕਤ ਰਾਸ਼ਟਰ ਨੇ ਚੇਤਾਵਨੀ ਦਿੱਤੀ ਹੈ ਕਿ ਇਜ਼ਰਾਈਲ ਅਤੇ ਹਮਾਸ ਵਿਚਕਾਰ ਚੱਲ ਰਹੀ ਜੰਗ ਪੂਰੀ ਗਾਜ਼ਾ ਪੱਟੀ ਨੂੰ ਆਉਣ ਵਾਲੇ ਕਾਲ ਵੱਲ ਧੱਕ ਰਹੀ ਹੈ। ਗਲੋਬਲ ਹੰਗਰ ਮੋਨੀਟਰਿੰਗ ਸਿਸਟਮ, ਜੋ ਕਿ ਸੰਯੁਕਤ ਰਾਸ਼ਟਰ ਦੀ ਸਹਾਇਤਾ ਪ੍ਰਾਪਤ ਸੰਸਥਾ ਹੈ, ਨੇ ਕਿਹਾ ਹੈ ਕਿ ਗਾਜ਼ਾ ਪੱਟੀ ਵਿੱਚ 1.5 ਮਿਲੀਅਨ ਤੋਂ ਵੱਧ ਆਬਾਦੀ ਤਬਾਹਕੁਨ ਸਥਿਤੀਆਂ ਵਿੱਚ ਰਹਿ ਰਹੀ ਹੈ। ਇਸ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਉਹ ਜੰਗੀ ਧੜਿਆਂ ਨੂੰ ਚੇਤਾਵਨੀ ਦੇ ਰਿਹਾ ਹੈ ਕਿ ਗਾਜ਼ਾ ਪੱਟੀ ਵਿੱਚ ਭੋਜਨ ਅਤੇ ਜ਼ਰੂਰੀ ਸਮੱਗਰੀ ਦੀ ਤਬਾਹੀ ਨਾਲ ਸਥਿਤੀ ਵੱਧ ਤੋਂ ਬੱਤਰ ਹੁੰਦੀ ਜਾ ਰਹੀ ਹੈ। ਐਨਕਲੇਵ ਵਿੱਚ ਹਾਲਾਤ ਵਿਗੜਨ ਦੇ ਨਾਲ ਸੰਯੁਕਤ ਰਾਸ਼ਟਰ ਸੁਰੱਖਿਆ ਪਰਿਸ਼ਦ ਨੂੰ ਇੱਕ ਮਤੇ ਤੇ ਗੱਲਬਾਤ ਵਿੱਚ ਬੰਦ ਕਰ ਦਿੱਤਾ ਗਿਆ ਹੈ, ਜੋ ਸਹਾਇਤਾ ਦੀ ਸਪੁਰਦਗੀ ਨੂੰ ਵਧਾਏਗਾ। ਇਜ਼ਰਾਈਲ ਨੇ 7 ਅਕਤੂਬਰ ਨੂੰ ਦੱਖਣੀ ਇਜ਼ਰਾਈਲ ਤੇ ਹਮਾਸ ਦੇ ਅਚਾਨਕ ਹਮਲੇ ਦਾ ਬਦਲਾ ਲੈਣ ਲਈ ਗਾਜ਼ਾ ਵਿੱਚ ਵੱਡੇ ਪੱਧਰ ਤੇ ਹਮਲਾ ਸ਼ੁਰੂ ਕੀਤਾ ਹੈ। ਜਦੋਂ ਇਜ਼ਰਾਈਲ ਦੇ ਅੰਕੜਿਆਂ ਅਨੁਸਾਰ ਲਗਭਗ 1200 ਲੋਕ ਮਾਰੇ ਗਏ ਸਨ ਅਤੇ 200 ਤੋਂ ਵੱਧ ਬੰਦਕ ਬਣਾਏ ਗਏ ਸਨ। 7 ਅਕਤੂਬਰ ਤੋਂ ਗਾਜ਼ਾ ਪੱਟੀ ਵਿੱਚ ਇਜ਼ਰਾਈਲੀ ਹਮਲਿਆਂ ਵਿੱਚ ਫਲਸਤੀਨੀਆਂ ਦੀ ਮੌਤ ਦੀ ਗਿਣਤੀ 20,000 ਤੱਕ ਪਹੁੰਚ ਗਈ ਹੈ। ਐਨਕਲੇਵ ਵਿੱਚ ਪਹੁੰਚਣ ਵਾਲੀ ਖੁਰਾਕ ਸਮੱਗਰੀ ਸਮੇਤ ਸਹਾਇਤਾ ਸਮੱਗਰੀ ਦੀ ਮਾਤਰਾ ਵਿੱਚ ਕਾਫੀ ਕਮੀ ਆ ਗਈ ਹੈ, ਜਿਸ ਨਾਲ ਗਾਜ਼ਾ ਵਿੱਚ ਭੋਜਨ ਸਮੱਗਰੀ ਦੀ ਬਹੁਤ ਜ਼ਿਆਦਾ ਘਾਟ ਹੋ ਗਈ ਹੈ। ਤੇ ਇਹ ਸਨ ਹੁਣ ਤੱਕ ਦੀਆਂ ਖਬਰਾਂ। ਮੈਨੂੰ ਰਚਨਾ ਸੇਵਕ ਨੂੰ ਦੇ ਦਿਓ ਇਜਾਜ਼ਤ। ਤੁਸੀਂ ਵੇਖਦੇ ਰਹੋ ਟੀਵੀ ਪੰਜਾਬ।